1947 ਦੇ ਵਿੱਚ ਮਿਲੀ ਹੋਈ ਆਜ਼ਾਦੀ ਜਾਂ ਬਹੁਤ ਸਾਰੇ ਸਿੱਖ ਵਿਦਵਾਨਾਂ ਦੇ ਸ਼ਬਦਾਂ ਦੇ ਵਿੱਚ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸਫ਼ਰ। ਜੇਕਰ ਉਸ ਦੀ ਗੱਲ ਕਰੀਏ ਤਾਂ 14 ਅਗਸਤ ਨੂੰ ਪਾਕਿਸਤਾਨ ਹੋਂਦ ਦੇ ਵਿੱਚ ਆ ਜਾਂਦਾ ਹੈ, 15 ਅਗਸਤ ਨੂੰ ਹਿੰਦੁਸਤਾਨ ਹੋਂਦ ਦੇ ਵਿੱਚ ਆ ਜਾਂਦਾ ਹੈ। ਪਰ ਇਸ ਭੂਗੋਲਿਕ ਵੰਡ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਕਿਸ ਨੂੰ ਸਹਿਣਾ ਪੈਂਦਾ ਹੈ? ਸਭ ਤੋਂ ਵੱਧ ਨੁਕਸਾਨ ਕਿਸ ਕੌਮ ਦਾ ਹੁੰਦਾ ਹੈ? ਵੰਡ ਦੀ ਮਾਰ ਕਿਹਨਾਂ ਨੂੰ ਝੱਲਣੀ ਪੈਂਦੀ ਹੈ? ਉਜਾੜਾ ਕਿਹਨਾਂ ਦਾ ਹੁੰਦਾ ਹੈ? ਜਾਨੀ ਨੁਕਸਾਨ ਕਿਹਨਾਂ ਦਾ ਹੁੰਦਾ ਹੈ? ਕੌਮ ਦੀ ਸਮੂਹਿਕ ਸ਼ਕਤੀ ਕਿਸ ਕੌਮ ਦੀ ਖਤਮ ਹੁੰਦੀ ਹੈ? ਔਰਤਾਂ ਦੀ ਇੱਜ਼ਤ, ਬੱਚਿਆਂ ਦਾ ਨੁਕਸਾਨ, ਬਜ਼ੁਰਗਾਂ ਦੀਆਂ ਜਾਨਾਂ ਜਾਣੀਆਂ, ਜ਼ਮੀਨ ਦਾ ਖੁਸ ਜਾਣਾ, ਇਹ ਕਿਸ ਕੌਮ ਦੇ ਨਾਲ ਵਾਪਰ ਰਿਹਾ ਹੈ? ਜਿਸ ਕੌਮ ਨੇ ਇਸ ਸਮੁੱਚੇ ਦੇਸ਼ ਦੀ ਆਜ਼ਾਦੀ ਦੇ ਵਾਸਤੇ 90% ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਜੇ ਸ਼ਹਾਦਤਾਂ ਦੀ, ਕੇਵਲ ਸ਼ਹਾਦਤਾਂ ਦੀ ਗੱਲ ਕਰੀਏ ਤਾਂ 121 ਦੇ ਵਿੱਚੋਂ 93 ਸਿਰ ਦਿੱਤੇ, ਜੇਲ੍ਹਾਂ ਦੇ ਵਿੱਚ ਜਾਣਾ, ਤਸ਼ੱਦਦ ਸਹਿਣਾ, ਮੁਕਾਬਲਿਆਂ ਦੇ ਵਿੱਚ ਮਾਰੇ ਜਾਣਾ, ਉਹ ਤਾਂ ਵਰਤਾਰੇ ਹੀ ਵੱਖਰੇ ਨੇ। ਪਰ ਜੇਕਰ ਫਾਂਸੀਆਂ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਹੜੀ ਅੱਜ ਕੌਮੀਅਤ 90% ਤੋਂ ਉੱਪਰ ਰਾਜ ਸੱਤਾ ਦੀ ਧਾਰਨੀ ਹੋਈ ਬੈਠੀ ਹੈ, ਉਹਦੀਆਂ ਜਿਹੜੀਆਂ ਸ਼ਹਾਦਤਾਂ ਜਾਂ ਦੇਸ਼ ਦੀ ਆਜ਼ਾਦੀ ਦੇ ਵਾਸਤੇ ਜਿਹੜੀ ਉਹਦੀ ਘਾਲਣਾ ਹੈ ਉਹ 2% ਹੈ। ਤੇ ਜਿਸ ਕੌਮ ਦੀ ਜਨਸੰਖਿਆ 2% ਹੈ, ਉਸ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਜਿਹੜਾ ਉਹ 90% ਹੈ। ਤੇ ਮੈਂ ਸੋਚਦਾ ਹਾਂ ਕਿ ਆਜ਼ਾਦੀ ਦੀ ਗੱਲ ਤੋਂ ਲਾਂਭੇ ਹੋ ਕੇ ਜੇਕਰ ਅਸੀਂ ਭਾਰਤ ਪਾਕ ਵੰਡ ਦੇ ਵਰਤਾਰੇ ਨੂੰ ਵੇਖੀਏ ਤਾਂ ਗਾਂਧੀ, ਨਹਿਰੂ ਅਤੇ ਜਿਨਾਹ ਦੀ ਨੀਤੀ ਨੇ ਖੂਬਸੂਰਤ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ। ਉਹ ਪੰਜਾਬ ਜਿੱਥੇ ਕਦੀ ਨਨਕਾਣਾ ਸਾਹਿਬ ਤੋਂ ਸੱਚ ਦੀ, ਤੌਹੀਦ ਦੀ ਸਦਾ ਉੱਠੀ ਸੀ, ਜਿਸ ਦੇ ਬਾਰੇ ਸ਼ਾਇਰ ਮਸ਼ਰਕ ਡਾਕਟਰ ਮੁਹੰਮਦ ਇਕਬਾਲ ਲਿਖਦਾ ਹੈ, ਫਿਰ उठी आखिर सदा तौहीद की पंजाब से, हिंद को एक मर्दे कामिल ने जगाया ख्वाब से। ਉਹ ਸਥਾਨ ਜਿੱਥੇ ਕਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੁਨਿਆਵੀ ਝੂਠੇ ਸੌਦੇ ਨੂੰ ਰੱਦ ਕਰਕੇ ਸੱਚੇ ਸੌਦੇ ਦਾ ਉਪਦੇਸ਼ ਦਿੱਤਾ ਸੀ। ਉਹ ਸਥਾਨ ਜਿੱਥੇ ਕਿਤੇ ਗੁਰੂ ਨਾਨਕ ਸਾਹਿਬ ਨੇ ਖੇਤੀ ਕਰਕੇ ਸੱਚੀ ਕਿਰਤ ਕਰਨ ਦਾ ਕੇਂਦਰ ਕਰਤਾਰਪੁਰ ਵਸਾਇਆ ਸੀ। ਉਹ ਸਥਾਨ ਜਿਹੜਾ ਕਦੀ ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਹੋਇਆ ਕਰਦਾ ਸੀ। ਉਹ 12 ਜਿਹੜੀਆਂ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਆਬਾਦ ਕੀਤੀਆਂ ਸਨ, ਤੇ ਉਹ ਪਵਿੱਤਰ ਸਰਜ਼ਮੀਨ ਜਿਹਦੇ ਚੱਪੇ ਚੱਪੇ ਦੇ ਉੱਪਰ ਹਰੀ ਸਿੰਘ ਨਲੂਏ ਦੇ ਘੋੜੇ ਦੀਆਂ ਪੈੜਾਂ ਦੇ ਨਿਸ਼ਾਨ ਸਨ, ਜਾਂ ਫਿਰ ਉਹ ਪੰਜਾਬ ਜਿਸ ਦੀਆਂ ਹੱਦਾਂ ਉਸ ਅਫਗਾਨਿਸਤਾਨ ਦੇ ਨਾਲ ਲੱਗਦੀਆਂ ਸਨ, ਜਿੱਥੋਂ ਦੀਆਂ ਪਠਾਣੀਆਂ ਆਪਣੇ ਬੱਚਿਆਂ ਨੂੰ ਵੀ ਚੁੱਪ ਕਰਾਉਣ ਦੇ ਵਾਸਤੇ ਸਿੱਖ ਜਰਨੈਲਾਂ ਦੇ ਨਾਮ ਲੈ ਕੇ ਕਹਿੰਦੀਆਂ ਸਨ, ਚੁੱਪ ਸ਼ਾ ਬੱਚਾ ਹਰੀਆ ਰਾਂਗਲੇ, ਬੇਟਾ ਚੁੱਪ ਕਰਕੇ ਸੌਂ ਜਾ, ਨਹੀਂ ਤੇ ਹਰੀ ਸਿੰਘ ਨਲੂਆ ਆ ਜਾਵੇਗਾ। ਸੋ ਉਹ ਪੰਜਾਬ ਜਿਹੜਾ ਪੰਜਾਬ ਕਦੀ ਖਾਲਸਾ ਰਾਜ ਦਾ ਕੇਂਦਰ ਸੀ, ਖਾਲਸਾ ਰਾਜ ਦਾ ਮਰਕਜ਼ ਸੀ, ਜਦੋਂ ਉਸ ਪੰਜਾਬ ਦੀ ਚੜ੍ਹਦੇ ਤੇ ਲਹਿੰਦੇ ਰੂਪ ਦੇ ਵਿੱਚ ਵੰਡ ਹੋਈ ਤਾਂ ਨੁਕਸਾਨ ਕਿਸ ਕੌਮ ਨੇ ਭੁਗਤਿਆ। ਔਰ ਉਸ ਤੋਂ ਬਾਅਦ ਇਹ ਨਹੀਂ, ਜਦੋਂ ਇੰਨੇ ਵੱਡੇ ਕਤਲੇਆਮ ਤੋਂ ਬਾਅਦ ਆਬਾਦੀ ਦਾ ਆਦਾਨ ਪ੍ਰਦਾਨ ਹੋਇਆ ਤਾਂ ਸਿੱਖਾਂ ਨੂੰ ਜਿਹੜੇ ਇਲਾਕਿਆਂ ਦੇ ਵਿੱਚ ਵਸਾਇਆ ਗਿਆ ਉਹਦੇ ਪਿੱਛੇ ਵੀ ਹਕੂਮਤ ਦੀ ਇੱਕ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਕਿ ਦੁਰਮਾਨਸਿਕਤਾ ਵਾਲੀ ਨੀਤੀ ਸੀ, ਜਾਂ ਕਹਿ ਸਕਦੇ ਹਾਂ ਕਿ ਘਟੀਆ ਮਾਨਸਿਕਤਾ ਵਾਲੀ ਨੀਤੀ ਸੀ। ਸਰਹੱਦ ਪਾਰ ਤੋਂ ਹਿਜਰਤ ਕਰਕੇ ਆਏ ਬਹੁ ਗਿਣਤੀ ਸਿੱਖ ਉਹਨਾਂ ਇਲਾਕਿਆਂ ਦੇ ਵਿੱਚ ਵਸਾਏ ਗਏ ਜਿੱਥੇ ਦੁਬਾਰਾ ਕਦੀ ਵੀ ਉਹ ਬਹੁ ਗਿਣਤੀ ਨਾ ਵੜ ਸਕਣ, ਤੇ ਉਸੇ ਹੀ ਸਰਹੱਦ ਪਾਰ ਕਰਨ ਤੋਂ ਬਾਅਦ ਜਿਹੜੇ ਗੈਰ ਸਿੱਖ ਆਏ ਉਹਨਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਵਸਾਇਆ ਗਿਆ ਜਿੱਥੇ ਸਿੱਖ ਜਿਹੜੇ ਨੇ ਉਹ ਘੱਟ ਗਿਣਤੀ ਹੋ ਸਕਣ। ਜੇਕਰ ਤੁਸੀਂ ਇਸ ਸਾਰੇ ਵਰਤਾਰੇ ਨੂੰ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਸਮਝਣਾ
ਤਾਂ ਅੱਜ ਸਾਰੇ ਦੇਸ਼ ਦੇ ਵਿੱਚ ਮੁਸਲਮਾਨਾਂ ਦਾ ਜਿਹੜਾ ਵੋਟ ਬੈਂਕ ਜਾਂ ਫਿਰ ਉਹਨਾਂ ਦੀ ਜਿਹੜੀ ਜਨਸੰਖਿਆ ਹੈ ਉਹ 18% ਤੋਂ ਉੱਪਰ ਹੈ। ਪਰ ਤੁਸੀਂ ਕਦੀ ਵੇਖਿਆ ਕਿ 18% ਦੀ ਅਨੁਪਾਤ ਦੇ ਹਿਸਾਬ ਦੇ ਨਾਲ ਉਹਨਾਂ ਦੇ ਮੈਂਬਰ ਪਾਰਲੀਮੈਂਟ ਕਦੀ ਪਾਰਲੀਮੈਂਟ ਦੇ ਵਿੱਚ ਆਏ ਹੋਣ? ਕਦੀ 18 ਮੈਂਬਰ ਹੀ ਆਏ ਹੋਣ, ਵੱਧ ਤੋਂ ਵੱਧ 1 ਜਾਂ 2 ਜਾਂ 3। ਉਹਦਾ ਕਾਰਨ ਕੀ ਹੈ ਕਿ ਮੁਸਲਮਾਨ ਵਸੋਂ ਨੂੰ ਵਸਾਇਆ ਹੀ ਇਸ ਤਰ੍ਹਾਂ ਦੇ ਪਾਰਲੀਮਨੀ ਹਲਕਿਆਂ ਦੇ ਵਿੱਚ ਗਿਆ ਹੈ ਕਿ ਉਹਨਾਂ ਦੀ ਜਿਹੜੀ ਸਮੂਹਿਕ ਵੋਟ ਬੈਂਕ ਹੈ ਉਹ ਕਿਤੇ ਵੀ ਰਾਜ ਸੱਤਾ ਦੇ ਨੁਮਾਇੰਦੇ ਦੀ ਚੋਣ ਨੂੰ ਪ੍ਰਭਾਵਿਤ ਹੀ ਨਹੀਂ ਕਰਦੀ। ਭਾਵ ਕਿ ਉਹਨਾਂ ਦਾ ਜਿਹੜਾ ਸਾਰਾ ਵੋਟ ਬੈਂਕ ਹੈ ਉਹ ਹਿੱਸਿਆਂ ਦੇ ਵਿੱਚ, ਖਿੱਤਿਆਂ ਦੇ ਵਿੱਚ ਵੰਡਿਆ ਹੋਇਆ। ਪਰ ਸਿੱਖ ਲੀਡਰਸ਼ਿਪ ਸ਼ਾਇਦ ਇਸ ਸਾਰੇ ਵਰਤਾਰੇ ਦੀ ਗੰਭੀਰਤਾ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮ ਰਹੀ। ਔਰ ਇੱਕ ਗੱਲ ਹੋਰ ਵੀ ਕਈ ਵਾਰੀ ਲੱਗਦੀ ਹੈ ਕਿ ਉਸ ਸਮੇਂ ਦੇ ਜਿਹੜੇ ਹਿੰਦੁਸਤਾਨੀ ਲੀਡਰ ਸੀ, ਚਾਹੇ ਉਹ ਮੋਹਨਦਾਸ ਕਰਮਚੰਦ ਗਾਂਧੀ ਸੀ ਜਾਂ ਫਿਰ ਉਹ ਨਹਿਰੂ ਸੀ, ਉਹਨਾਂ ਦੇ ਉੱਪਰ ਸਿੱਖ ਲੀਡਰਸ਼ਿਪ ਨੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਕੀਤਾ। ਔਰ ਖਾਸ ਕਰਕੇ ਉਸ ਵਿਸ਼ਵਾਸ ਦੇ ਅਧੀਨ ਹੀ ਸਿੱਖਾਂ ਦੇ ਵੱਲੋਂ ਜਿਹੜੇ ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਦੇ ਵਾਸਤੇ ਆਰੰਭ ਕੀਤੀਆਂ ਲਹਿਰਾਂ, ਜਾਂ ਫਿਰ ਸਾਕੇ, ਜਾਂ ਫਿਰ ਅੰਗਰੇਜ਼ਾਂ ਦੇ ਵੱਲੋਂ ਕੁਝ ਐਸੇ ਪਾਸ ਕੀਤੇ ਕਾਨੂੰਨ ਜਿਹੜੇ ਸਿੱਖੀ ਦੇ ਖਿਲਾਫ ਸਨ, ਉਹਨਾਂ ਦੇ ਖਿਲਾਫ ਲਾਏ ਗਏ ਮੋਰਚੇ, ਜਿਹੜੇ ਮੋਰਚੇ ਕਿਤੇ ਨਾ ਕਿਤੇ ਆਪਣੇ ਗਵਾਚੇ ਹੋਏ ਰਾਜ ਦੇ ਹੱਕ ਦੇ ਵਿੱਚ ਭੁਗਤਣੇ ਚਾਹੀਦੇ ਸੀ, ਉਹ ਸਿੱਖ ਲੀਡਰਸ਼ਿਪ ਸਮਝ ਹੀ ਨਾ ਸਕੀ ਉਸ ਵੇਲੇ ਕਿ ਕਿਹੜੇ ਵੇਲੇ ਉਹਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਉਹਨਾਂ ਦੀ ਆਪਣੀ ਆਜ਼ਾਦੀ ਦਾ ਨਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਦਾ ਸੰਘਰਸ਼ ਬਣ ਗਿਆ। ਔਰ ਉਸ ਸਮੇਂ ਵੀ ਮੋਹਨਦਾਸ ਕਰਮਚੰਦ ਗਾਂਧੀ ਨੇ ਜਦੋਂ ਖਾਸ ਕਰਕੇ ਸਿੱਖ ਲੀਡਰਸ਼ਿਪ ਦੇ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਜਾ ਰਹੀ ਸੀ, ਤਾਂ ਉਸ ਵੇਲੇ 2 ਸ਼ਬਦ ਬੜੇ ਅਹਿਮ ਨੇ। ਇੱਕ ਮਾਸਿਕ ਪੱਤਰ ਦੇ ਵਿੱਚ ਸੀ ਕਿ ਸਰਦਾਰ ਲਛਮਣ ਸਿੰਘ ਹੁਣਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਜਦੋਂ ਸਰਦਾਰ ਕਰਤਾਰ ਸਿੰਘ ਝੱਬਰ ਜਾ ਰਹੇ ਨੇ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਇਹ ਸੁਨੇਹਾ ਦਿੱਤਾ ਜਾਂਦਾ ਹੈ ਸਰਦਾਰ ਮਹਿਤਾਬ ਸਿੰਘ ਦੇ ਵੱਲੋਂ ਕਿ ਗਾਂਧੀ ਜੀ ਦਾ ਸੁਨੇਹਾ ਆਇਆ ਹੈ, ਤੁਸੀਂ ਇਸ ਸਾਰੇ ਮੋਰਚੇ ਨੂੰ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੋ, ਸਵਰਾਜ ਆ ਜਾਣਾ ਹੈ, ਭਾਵ ਕਿ ਰਾਜ ਆ ਜਾਣਾ ਹੈ, ਤੇ ਜਦੋਂ ਰਾਜ ਆ ਜਾਵੇਗਾ ਗੁਰਦੁਆਰੇ ਆਪਣੇ ਆਪ ਆਜ਼ਾਦ ਹੋ ਜਾਣਗੇ। ਪਰ ਸਰਦਾਰ ਕਰਤਾਰ ਸਿੰਘ ਝੱਬਰ ਵਰਗੇ ਨੀਤੀਵਾਨ ਤੇ ਸਿਆਣੇ ਨੇਤਾ ਨੇ ਇਹ ਗੱਲ ਇੱਕਦਮ ਸਮਝੀ ਤੇ ਕਿਹਾ, ਉਸਨੇ ਕਿਹਾ ਸੀ ਕਿ ਅੰਗਰੇਜ਼ਾਂ ਨੂੰ ਸਾਡੇ ਨਾਲ ਮਜ਼ਹਬੀ ਮੁਖਾਲਫਤ ਨਹੀਂ ਹੈ, ਇਸ ਕਰਕੇ ਇਹਨਾਂ ਦੇ ਰਾਜ ਦੇ ਵਿੱਚ ਤਾਂ ਗੁਰਦੁਆਰਿਆਂ ਦਾ ਰਾਜ ਪ੍ਰਬੰਧ ਲੈਣਾ ਸੌਖਾ ਹੈ, ਪਰ ਜੇਕਰ ਸਵਰਾਜ ਆ ਗਿਆ ਨਾ ਤਾਂ ਰਾਜ ਜਿੰਨਾ ਹੱਥਾਂ ਦੇ ਵਿੱਚ ਹੋਣਾ ਹੈ, ਫਿਰ ਪ੍ਰਬੰਧ ਨੂੰ ਸੁਧਾਰਨਾ ਤੇ ਉਹਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਬਹੁਤ ਔਖਾ ਹੋ ਜਾਵੇਗਾ। ਇਹ ਗੱਲ ਤੁਹਾਨੂੰ ਅੱਜ ਸ਼ਾਇਦ ਸੱਚ ਲੱਗ ਰਹੀ ਹੋਵੇਗੀ। ਔਰ ਇਸ ਤੋਂ ਅੱਗੇ ਜੇ ਹੋਰ ਵੀ ਜਾਣਾ ਹੋਵੇ ਤਾਂ ਉਸ ਸਮੇਂ ਜਿਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਤਾਂ ਮੋਹਨਦਾਸ ਕਰਮਚੰਦ ਗਾਂਧੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਗੁਰਦੁਆਰਿਆਂ ਦੀ ਸੁਧਾਰ ਦੀ ਗੱਲ ਛੱਡੋ, ਦੇਸ਼ ਇੱਕ ਵੱਡਾ ਗੁਰਦੁਆਰਾ ਹੈ, ਤੁਸੀਂ ਇਸ ਵੱਡੇ ਗੁਰਦੁਆਰੇ ਨੂੰ ਆਜ਼ਾਦ ਕਰਵਾ ਲਓ, ਛੋਟੇ ਆਪਣੇ ਆਪ ਆਜ਼ਾਦ ਹੋ ਜਾਣਗੇ। ਹੁਣ ਇਹਨੂੰ ਨੀਤੀ ਦੇ ਨਾਲ ਸਮਝਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਜਿਹੜੀ ਕਿਤੇ ਨਾ ਕਿਤੇ ਸਿੱਖਾਂ ਦੇ ਕੁਝ ਜਾਗਰੂਕ ਅੰਸ਼ ਨੇ ਸਮਝਿਆ ਵੀ, ਖਾਸ ਕਰਕੇ ਬੱਬਰ ਸ਼ੇਰ ਅਖਬਾਰ ਦੀ ਉਸ ਸਮੇਂ ਸੰਪਾਦਕੀ ਲੱਗੀ ਸੀ ਕਿ ਮੋਹਨਦਾਸ ਕਰਮਚੰਦ ਗਾਂਧੀ ਪਾਗਲ ਹੋ ਚੁੱਕਾ ਹੈ, ਇਹ ਉਸ ਦਾ ਸੰਪਾਦਕੀ ਦਾ ਟਾਈਟਲ ਸੀ। ਔਰ ਉਹਦੇ ਥੱਲੇ ਬਕਾਇਦਾ ਤੌਰ ਤੇ ਸੰਪਾਦਕ ਦੇ ਵੱਲੋਂ ਜਿੱਥੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਦੇਸ਼ ਇੱਕ ਵੱਡਾ ਗੁਰਦੁਆਰਾ ਹੈ, ਇਹਦਾ ਸੁਧਾਰ ਜਾਂ ਇਹਦੀ ਆਜ਼ਾਦੀ ਦੀ ਗੱਲ ਕਰੋ, ਛੋਟੇ ਗੁਰਦੁਆਰਿਆਂ ਵਾਲੇ ਪਾਸੇ ਵਕਤ ਬਰਬਾਦ ਨਾ ਕਰੋ। ਤਾਂ ਉਸ ਵੇਲੇ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਗੱਲ ਵੀ ਕਹੀ ਸੀ ਕਿ ਇਸ ਗਾਂਧੀ ਵਰਗੇ ਮਿੱਤਰ ਤੋਂ ਬਚਣ ਦੀ ਲੋੜ ਹੈ ਸਾਡੀ ਲੀਡਰਸ਼ਿਪ ਨੂੰ। ਪਰ ਕਈ ਵਾਰੀ ਹੁੰਦਾ ਹੈ, ਅੱਜ ਵੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕੁਝ ਦਾਨਿਸ਼ਮੰਦ ਜਾਂ ਵਰਤਾਰਿਆਂ ਦੇ ਪ੍ਰਤੀ ਥੋੜੀ ਸਕੋਲਾਸਟਿਕ ਅਪਰੋਚ ਰੱਖਣ ਵਾਲੇ ਜਾਂ ਅਕੈਡਮਿਕ ਅਪਰੋਚ ਰੱਖਣ ਵਾਲੇ ਜਾਂ ਮਸਲਿਆਂ ਨੂੰ ਸਮਝਣ ਵਾਲੇ ਲੋਕ ਜਦੋਂ ਇਸ ਤਰ੍ਹਾਂ ਦੀ ਸਲਾਹ ਲੀਡਰਸ਼ਿਪ ਨੂੰ ਦਿੰਦੇ ਨੇ ਤਾਂ ਅਕਸਰ ਇਹ ਕਹਿ ਕੇ ਖਾਰਜ ਜਾਂ ਰੱਦ ਕਰ ਦਿੱਤੀ ਜਾਂਦੀ ਹੈ
ਕਿ ਇਹ ਤਾਂ ਭੜਕਾ ਰਹੇ ਨੇ, ਇਹ ਤਾਂ ਦੋ ਫਿਰਕਿਆਂ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਅੰਸ਼ ਹੈ ਉਹ ਪੈਦਾ ਕਰ ਰਹੇ ਨੇ। ਪਰ ਉਸ ਸਮੇਂ ਬੱਬਰ ਸ਼ੇਰ ਅਖਬਾਰ ਦੀ ਸੰਪਾਦਕੀ ਨੇ ਕਿਤੇ ਨਾ ਕਿਤੇ ਇਸ ਮਾਨਸਿਕਤਾ ਨੂੰ ਸਮਝਿਆ ਜ਼ਰੂਰ। ਇਹ ਗੱਲ ਵੱਖਰੀ ਹੈ ਕਿ ਉਹਨਾਂ ਵੱਲੋਂ ਸਮਝੀ ਜਿਹੜੀ ਗੱਲ ਹੈ ਉਸ ਦੇ ਉੱਪਰ ਲੀਡਰਸ਼ਿਪ ਨੇ ਅਸਰ ਨਾ ਕੀਤਾ। ਹੁਣ ਇਹਨੂੰ ਸਮਝਣ ਦੀ ਬੜੀ ਲੋੜ ਹੈ। ਜਦੋਂ ਅੰਗਰੇਜ਼ ਸਿੱਖਾਂ ਦੇ ਰਾਜ ਦੇ ਖਤਮ ਹੋਣ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਚਰਚਾ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਸਿੱਖ ਸ਼ਰਾਈਨਸ ਆਰ ਸਟੇਟ ਵਿਦਨ ਸਟੇਟ, ਕਿ ਜਿਹੜੇ ਸਿੱਖਾਂ ਦੇ ਗੁਰਦੁਆਰੇ ਨੇ ਉਹ ਰਾਜ ਦੇ ਵਿੱਚ ਇੱਕ ਵੱਖਰਾ ਰਾਜ ਹੈ, ਉਹਨਾਂ ਦੀ ਇੱਕ ਆਪਣੀ ਰਾਜ ਸੱਤਾ ਹੈ। ਜਿੰਨਾ ਚਿਰ ਤੱਕ ਤੁਸੀਂ ਉਸ ਵਿਚਾਰਧਾਰਾ ਨੂੰ ਗੁਲਾਮੀ ਦੇ ਦਾਇਰੇ ਦੇ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਮਤ ਸਮਝੋ ਕਿ ਸਿੱਖ ਗੁਲਾਮ ਹੈ। ਪਰ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਦਾ ਨਜ਼ਰੀਆ ਸੀ ਉਹ ਕਹਿ ਰਿਹਾ ਸੀ ਕਿ ਸਟੇਟ ਜਿਹੜੀ ਹੈ ਤੁਸੀਂ ਉਸ ਨੂੰ ਗੁਰਦੁਆਰਾ ਸਮਝੋ। ਸੋ ਇਸ ਸਾਰੇ ਵਰਤਾਰੇ ਨੂੰ ਬਹੁਤ ਹੀ ਕਹਿ ਸਕਦੇ ਹੋ ਕਿ ਚੇਤਨ ਦੇ ਨਾਲ ਸਮਝਣ ਦੀ ਲੋੜ ਹੈ। ਪਰ ਸਾਡੀ ਜਿਹੜੀ ਰਾਜਸੀ ਸਿੱਖ ਲੀਡਰਸ਼ਿਪ ਸੀ, ਜਾਂ ਤਾਂ ਉਸਨੇ ਇਸ ਗੱਲ ਨੂੰ ਸਮਝਿਆ ਨਹੀਂ, ਤੇ ਜਾਂ ਕਈ ਵਾਰੀ ਮੈਂ ਇੰਜ ਸੋਚਦਾ ਕਿ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਆਪ ਹੀ ਇੰਨੀ ਵਫਾਦਾਰ ਜਾਂ ਧੋਖੇ ਤੋਂ ਰਹਿਤ ਸੀ ਕਿ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਦੇ, ਸਾਡੇ ਨਾਲ ਕੋਈ ਧੋਖਾ ਕਰ ਹੀ ਨਹੀਂ ਸਕਦਾ। ਮੈਨੂੰ ਲੱਗਦਾ ਕਿ ਇਸ ਵਫਾਦਾਰੀ ਵਾਲੀ ਮਾਨਸਿਕਤਾ ਦੇ ਵਿੱਚੋਂ ਉਹਨਾਂ ਨੇ ਗਾਂਧੀ ਜਾਂ ਨਹਿਰੂ ਵਰਗੇ ਲੀਡਰਾਂ ਦੇ ਉੱਪਰ ਵੀ ਪੂਰੀ ਤਰ੍ਹਾਂ ਦੇ ਨਾਲ ਵਿਸ਼ਵਾਸ ਕਰ ਲਿਆ। ਪਰ ਰਾਜਨੀਤੀ ਦੇ ਵਿੱਚ ਇੰਜ ਨਹੀਂ ਚੱਲਦਾ। ਰਾਜਨੀਤੀ ਤਾਂ ਜੇਕਰ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ 52 ਬਚਨ ਨੇ ਉਹਨਾਂ ਨੂੰ ਪੜ੍ਹੋ ਤੇ ਉਹਦੇ ਵਿੱਚ ਜਿਹੜੀ ਰਾਜਨੀਤੀ ਦੀ ਅਹਿਮੀਅਤ ਹੈ, ਉਹਦੇ ਵਿੱਚ ਰਾਜਨੀਤੀ ਤਾਂ ਫਿਰ ਰਾਜ ਸੱਤਾ ਦੀ ਪ੍ਰਾਪਤੀ ਤੱਕ ਸੀਮਤ ਹੁੰਦੀ ਹੈ। ਸੋ ਇਸ ਕਰਕੇ ਉਸ ਵੇਲੇ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਇਹਨਾਂ ਆਗੂਆਂ ਦੇ ਉੱਪਰ ਉਦੋਂ ਤੱਕ ਵਿਸ਼ਵਾਸ ਕਰਦੀ ਰਹੀ ਜਦੋਂ ਤੱਕ ਉਹਨਾਂ ਨੇ ਪ੍ਰਤੱਖ ਤੌਰ ਤੇ ਆਪਣੇ ਸ਼ਬਦਾਂ ਦੇ ਵਿੱਚ ਸਪਸ਼ਟ ਧੋਖਾ ਜਿਹੜਾ ਉਹ ਨਹੀਂ ਦੇ ਦਿੱਤਾ। ਸੋ ਉਸ ਤੋਂ ਬਾਅਦ ਇੱਕ ਤਾਂ ਇਹ ਪੱਖ ਸੀ, ਪਰ ਜਦੋਂ ਸਿੱਖ ਲੀਡਰਸ਼ਿਪ ਨੂੰ ਸਮਝਣ ਦੀ ਲੋੜ ਸੀ ਉਦੋਂ ਸਮਝੇ ਨਹੀਂ। ਤੇ ਫਿਰ ਗਾਂਧੀ ਦੇ ਅਨੇਕਾਂ ਐਸੇ ਬਿਆਨ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਦੇ ਵਿੱਚ ਸਿੱਖ ਲੀਡਰਸ਼ਿਪ ਇਹ ਮਹਿਸੂਸ ਕਰ ਰਹੀ ਸੀ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤਾਂ ਕਿਤੇ ਨਾ ਕਿਤੇ ਸਾਨੂੰ ਇੱਕ ਐਸਾ ਖਿੱਤਾ ਜ਼ਰੂਰ ਦਿੱਤਾ ਜਾਵੇਗਾ ਜਿਸ ਦੇ ਵਿੱਚ ਅਸੀਂ ਵੀ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਾਂਗੇ। ਪਰ ਉਹ ਇਹ ਨਾ ਸਮਝ ਸਕੇ ਕਿ ਸਿੱਖਾਂ ਦੇ ਸਿਰਾਂ ਦੀ ਲੋੜ ਹੈ, ਔਰ ਸਿੱਖਾਂ ਦੀ ਕਹਿ ਸਕਦੇ ਹੋ ਕਿ ਜਿਹੜੀ ਅਹਿਮੀਅਤ ਜਾਂ ਜਿਸ ਤਰ੍ਹਾਂ ਦੇ ਗਾਂਧੀ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਸੀ ਕਿ ਸਿੱਖ ਇੱਕ ਬਹਾਦਰ ਕੌਮ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਜੇਕਰ ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ਵਾਸਘਾਤ ਹੋਇਆ ਤੇ ਇਹ ਸ਼ਸਤਰ ਦੁਆਰਾ ਆਪਣੇ ਹੱਕਾਂ ਦੀ ਰੱਖਿਆ ਕਰ ਸਕਦੇ ਨੇ। ਦਰਅਸਲ ਉਦੋਂ ਉਸ ਨੂੰ ਸਿੱਖਾਂ ਦੀ ਮਦਦ ਦੀ ਲੋੜ ਸੀ, ਉਹ ਸਵਾਰਥ ਦੇ ਵਿੱਚੋਂ ਕੀਤੀ ਜਾ ਰਹੀ ਬਿਆਨਬਾਜ਼ੀ ਸੀ। ਮਿਸਾਲ ਦੇ ਤੌਰ ਤੇ ਜਦੋਂ ਲੂਣ ਦਾ ਸੱਤਿਆਗ੍ਰਹਿ ਜਾਂ ਲੂਣ ਨੂੰ ਕਾਨੂੰਨ ਨੂੰ ਤੋੜਨ ਦੇ ਮਸਲੇ ਦੇ ਵਿੱਚ ਉਸਨੇ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਸਦੇ ਜਿਹੜੇ ਸਾਰੇ ਸਾਥੀ ਸੀ, ਇੱਥੋਂ ਤੱਕ ਜਿਹੜੇ ਮਰਾਠੇ ਸੀ ਉਹ ਵੀ ਛੱਡ ਕੇ ਭੱਜ ਗਏ। ਤਾਂ ਸਰਦਾਰ ਪ੍ਰਤਾਪ ਸਿੰਘ ਹੁਣਾਂ ਨੇ ਜਾ ਕੇ ਉੱਥੇ ਉਸ ਦਾ ਮੋਰਚਾ ਸੰਭਾਲਿਆ। ਉਸ ਤੋਂ ਬਾਅਦ ਜਦੋਂ ਉਸ ਨੂੰ ਲੋੜ ਹੁੰਦੀ ਸੀ ਸਿੱਖਾਂ ਦੀ, ਉਦੋਂ ਤਾਂ ਕਹਿੰਦਾ ਸੀ ਕਿ ਸਿੱਖ ਜਿਹੜੇ ਨੇ ਸ਼ਸਤਰ ਦੁਆਰਾ ਜਿਹੜੇ ਨੇ ਉਹ ਆਪਣੀ ਰੱਖਿਆ ਕਰ ਸਕਦੇ ਨੇ। ਪਰ ਜਦੋਂ ਉਹ ਸਾਰਾ ਸਮਾਂ ਲੰਘ ਗਿਆ ਤੇ ਬਾਅਦ ਦੇ ਵਿੱਚ ਉਸਨੇ ਕਿਰਪਾਨ ਦੇ ਬਾਰੇ ਕਿ ਇਹ ਜੰਗਾਲਿਆ ਹੋਇਆ ਸ਼ਸਤਰ ਹੈ, ਸਿੱਖਾਂ ਦੇ ਬਾਰੇ ਕਿ ਇਹਨਾਂ ਦੀ ਜਿਹੜੀਆਂ ਪਰੰਪਰਾਵਾਂ ਨੇ ਉਹ ਖਤਰਨਾਕ ਨੇ, ਇਸੇ ਤਰ੍ਹਾਂ ਗੁਰਧਾਮਾਂ ਦੇ ਬਾਰੇ, ਔਰ ਇੱਥੋਂ ਤੱਕ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਵੀ ਇਹ ਸ਼ਬਦ ਬੋਲ ਦਿੱਤੇ ਕਿ ਇਹ ਗੁਰੂ ਗੋਬਿੰਦ ਸਿੰਘ ਇੱਕ ਕੁਰਾਹੇ ਪਿਆ ਦੇਸ਼ ਭਗਤ ਸੀ। ਇਸੇ ਤਰ੍ਹਾਂ ਜੇਕਰ ਅਸੀਂ ਜਵਾਹਰ ਲਾਲ ਨਹਿਰੂ ਦੀ ਗੱਲ ਕਰਦੇ ਹਾਂ ਤਾਂ ਉਹ ਆਜ਼ਾਦੀ ਦੇ ਸਮੇਂ ਜਾਂ ਆਜ਼ਾਦੀ ਦੇ ਦੌਰਾਨ ਤਾਂ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਖੁਸ਼ੀ ਹੋਵੇਗੀ ਕਿ ਸਿੱਖਾਂ ਨੂੰ ਇੱਕ ਐਸਾ ਖਿੱਤਾ ਰਾਖਵਾਂ ਦਿੱਤਾ ਜਾਵੇ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ, ਜਾਂ ਫਿਰ ਸਿੱਖਾਂ ਨੂੰ ਸੰਵਿਧਾਨਕ ਹੱਕ ਇਵੇਂ ਦੇ ਦਿੱਤੇ ਜਾਣ ਕਿ ਜਿੱਥੇ ਉਹ ਆਜ਼ਾਦੀ ਦੇ ਆਨੰਦ ਨੂੰ ਮਹਿਸੂਸ ਕਰ ਸਕਣ। ਜਾਂ ਫਿਰ ਕਾਂਗਰਸ ਕਮੇਟੀ ਦੇ ਵੱਲੋਂ ਵੀ ਇੱਕ ਮਤੇ ਦੇ ਵਿੱਚ ਕਿਹਾ ਗਿਆ ਕਿ ਸਿੱਖਾਂ ਦੇ ਹੱਕਾਂ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਦੇਸ਼ ਭਗਤ ਕੌਮ ਹੈ। ਪਰ ਜਦੋਂ 1954 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਉਹਨਾਂ ਨੂੰ ਕੀਤੇ ਹੋਏ ਵਾਅਦੇ ਯਾਦ ਕਰਾਏ ਕਿ ਹੁਣ ਸਿੱਖਾਂ ਦੇ ਨਾਲ ਵਿਸਾਖਘਾਤ ਕੀਤੇ ਜਾ ਰਹੇ ਨੇ, ਸਿੱਖਾਂ ਨੂੰ ਬਣਦੇ ਹੱਕ ਨਹੀਂ ਮਿਲ ਰਹੇ, ਤਾਂ ਬੜਾ ਕਹਿ ਸਕਦੇ ਹੋ ਕਿ
शरारती जे हासे दे विच उसने मुस्कुरा के कहा, वो जमाने और थे, ये जमाने और हैं, अब हालात बदल चुके हैं। ਹੁਣ ਇਸ ਨਹਿਰੂ ਦੀ ਸ਼ਬਦਾਵਲੀ ਨੂੰ ਸਮਝਣ ਦੀ ਲੋੜ ਹੈ ਕਿ ਅਬ ਹਾਲਾਤ ਬਦਲ ਚੁੱਕੇ ਹੈ, ਭਾਵ ਉਦੋਂ ਅਸੀਂ ਗੁਲਾਮ ਸੀ ਤੇ ਆਜ਼ਾਦੀ ਵਾਸਤੇ ਲੜ ਰਹੇ ਸੀ, ਤੁਹਾਡੀ ਮਦਦ ਦੀ ਲੋੜ ਸੀ। ਤੁਸੀਂ ਉਦੋਂ ਵੀ ਗੁਲਾਮ ਸੀ, ਅਸੀਂ ਵੀ ਉਦੋਂ ਗੁਲਾਮ ਸੀ, ਪਰ ਅਸੀਂ ਅੱਜ ਆਜ਼ਾਦ ਹਾਂ ਤੇ ਤੁਸੀਂ ਹੁਣ ਸਾਡੇ ਗੁਲਾਮ ਹੋ। ਸੋ ਇਹਨਾਂ ਸਾਰਿਆਂ ਸ਼ਬਦਾਂ ਨੂੰ ਸਾਨੂੰ ਕਿਤੇ ਨਾ ਕਿਤੇ ਜਿਹੜਾ ਅਸੀਂ ਕਹਿੰਦੇ ਹੁੰਦੇ ਕਿ ਸ਼ਬਦ ਦੇ ਪਿੱਛੇ ਜਿਹੜਾ ਵਰਤਾਰਾ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ।